नमस्कार दोस्तों, लास्ट ਲੈਕਚਰਾਂ ਦੇ ਵਿੱਚ ਆਪਾਂ ਘਨ ਘਨਾਭ ਕਿਊਬੋਇਡ ਬਾਰੇ ਗੱਲ ਕੀਤੀ ਸੀ, ਸਤ੍ਹਾ ਦੇ ਖੇਤਰਫਲ ਤੇ ਆਇਤਨ ਬਾਰੇ ਗੱਲ ਕੀਤੀ ਸੀ। ਇਸ ਲੈਕਚਰ 'ਚ ਆਪਾਂ ਅਗਲੇ ਸੋਲਿਡ ਠੋਸ ਦੀ ਗੱਲ ਕਰਨੀ ਹੈ, ਸਿਲੰਡਰ ਦੀ, ਬੇਲਨ ਤੇ ਗੱਲ ਕਰਨੀ ਹੈ ਆਪਾਂ। ਅਸਲ ਦੇ ਵਿੱਚ ਜੋ ਆਪਣੇ ਸਿਲੇਬਸ ਦੇ ਵਿੱਚ ਹੈ ਉਹ ਹੈਗਾ ਲੰਬ ਚੱਕਰੀ ਸਿਲੰਡਰ, ਲੰਬ ਚੱਕਰੀ ਬੇਲਨ, ਜੋ ਆਪਣੇ ਸਿਲੇਬਸ ਤੇ ਆਪਾਂ ਗੱਲ ਕਰ ਰਹੇ ਹਾਂ। ਰਾਈਟ ਸਰਕੂਲਰ ਸਿਲੰਡਰ ਜੋ ਆਪਾਂ ਗੱਲ ਕਰ ਰਹੇ ਹਾਂ। ਹੁਣ ਬੁੱਕ ਦੇ ਵਿੱਚ ਨਾਰਮਲ ਅਗਰ ਕੱਲਾ ਬੇਲਨ ਸ਼ਬਦ ਵੀ ਪਾਇਆ ਹੋਇਆ ਹੈ, ਕੱਲਾ ਸਿਲੰਡਰ ਸ਼ਬਦ ਵੀ ਪਾਇਆ ਹੋਇਆ ਹੈ, ਤਾਂ ਇਹਦਾ ਮਤਲਬ ਉਹ ਲੰਬ ਚੱਕਰੀ ਸਿਲੰਡਰ ਦੀ ਗੱਲ ਹੀ ਕਰ ਰਿਹਾ ਹੈ। ਅਸਲ ਦੇ ਵਿੱਚ ਹੁਣ ਹੈ ਕੀ, 8ਵੀਂ ਕਲਾਸ 'ਚ ਆਪਾਂ ਕੀਤਾ ਹੋਇਆ ਹੈ। देखो इस अकॉर्डिंग बड़िया एग्जाम्पल्स अपने कोल हैगियां ने, ट्यूब, पाउडर का डब्बा, बहुत एग्जाम्पल्स आप लै सकते हैं जो सिलेंडर की शेप ने, बेलन की शेप के विच ने। हुण लंब चक्री का की सिस्टम है, देखो लंब ये है 90 डिग्री का कोण, एक केंद्र तो दूजा केंद्र मिलाने तो आधार ते जिहड़ा कोण है वो किन्ने डिग्री का बनाता, वो 90 डिग्री का, बिल्कुल सीधा, जिसको आप कह सकते हैं बिल्कुल स्ट्रेट, ये 90 होंदा है। चक्री शब्द बनया चक्कर तो, क्योंकि जिहड़ा इहदा आधार है उत्थे अपने कोल चक्कर पे है। जिवें एक एग्जाम्पल, जदों आप विआह शादियां किसी फंक्शन जाने, प्लेटां चिनियां हुई होंदियां, गोल प्लेटां ज़्यादातर होंदियां, तो प्लेट के उपर प्लेट रखी, देखो ध्यान नाल सोच के देखो, सिलेंडर बन गया। तो जो आधार है वो चक्कर शेप च हुंदा है। तो यह खासियत बिल्कुल, एक तो 90 का सीधा हुंदा है, ये नहीं हैगा। आपां इस टाइप के सिलेंडर की गल करनी है, ये अगे वड्डियां क्लासां च करांगे। अपने सिलेबस च सीधा सिलेंडर है, सीधा बेलन है। नंबर 2, चक्री शब्द क्यों आया है, क्योंकि ये आधार दे विच की है, चक्कर है। जिवें घनाभ के आधार दे विच की सी, आयत सी, ते घन के आधार च की हुंदा, वर्ग हुंदा है। इहदे आधार दे विच की है, चक्कर है। तो हुण इत्थे आपां जो अज गल करनी है जिस टॉपिक की, वो अपना ये टॉपिक है। तो सब तो पहला हुण जो गल करांगे, वकर सतह दे खेत्रफल दे, कर्व्ड सरफेस एरिया या लेटरल सरफेस एरिया। ये बेसिकली है कि आपां घनाभ की उदाहरण ली सी, आपां घनाभ के क्वेश्चन किए सी, आपां कीते सी जिहड़ी उहदी पासवीं सतह है ते वकर है, उहदा मतलब साइडां वाली है ना। ਇਹਦੇ ਸਾਈਡਾਂ ਤੇ ਕੀ ਹੈ ਸਿਲੰਡਰ ਦੇ, ਧਿਆਨ ਨਾਲ, ਜਿਵੇਂ ਮੇਰੇ ਕੋਲ ਮਾਰਕਰ ਹੈ, ਸਿਰਫ ਆ ਵਾਈਟ ਸ਼ੇਪ ਦੀ ਗੱਲ ਕਰ ਰਿਹਾ ਮੈਂ। ਜਿਹੜਾ ਵਾਈਟ ਕਲਰ ਹੈ ਮਾਰਕਰ ਦਾ ਮੇਰਾ, ਸਿਰਫ ਵਾਈਟ ਕਲਰ, ਇਹ ਇਹਦੀ ਸਾਈਡਾਂ ਲਈ ਹੈ, ਪਾਸਿਆਂ ਲਈ ਹੈ, ਠੀਕ। ਹੁਣ ਇਹ ਬਣੀ ਕਿਵੇਂ, ਅਗਰ ਮੈਂ ਉਦਾਹਰਨ ਲੈ ਕੇ ਚੱਲਾਂ, ਦੇਖੋ ਇੱਕ ਚੱਕਰ ਲਿਆ, ਜਿਵੇਂ ਆਪਾਂ ਨਿਉਆਂ ਭਰਦੇ ਆ, ਕਹਿੰਦੇ ਚੱਕਰ ਲਿਆ, ਉਹਦੇ ਉੱਤੇ ਮੈਨੇ ਇਹ ਕੰਧਾਂ ਖੜੀਆਂ ਸ਼ੁਰੂ ਕਰਤੀਆਂ ਇਸ ਅਕੋਰਡਿੰਗ। ਜਦੋਂ ਆਪਾਂ 1 बाय 1 ਆਏ ਕੰਧਾਂ ਖੜੀਆਂ ਕਰਨੀਆਂ ਸ਼ੁਰੂ ਕਰ ਦਾਂਗੇ ਇਸ ਅਕੋਰਡਿੰਗ, ਤਾਂ ਦੇਖੋ ਧਿਆਨ ਨਾਲ ਚਾਰੇ ਪਾਸੇ ਗੋਲ ਚੀਜ਼ ਖੜੀ ਹੋ ਜੂਗੀ, ਇਹਦਾ ਮਤਲਬ ਉਹ ਸਿਲੰਡਰ ਬਣ ਜਾਣੀ ਹੈ। ਤਾਂ ਫਿਰ ਕੀ ਕੀਤਾ ਹੈ ਆਪਾਂ ਇਸ ਜਗ੍ਹਾ ਦੇ ਉੱਤੇ ਕੰਧਾਂ ਖਿੱਚੀਆਂ ਨੇ, ਜ਼ਮੀਨ ਤੇ ਇੱਕ ਚੱਕਰ ਬਣਾ ਕੇ ਦੇਖੋ, ਤੁਸੀਂ ਜ਼ਮੀਨ ਤੇ ਚੱਕਰ ਬਣਾ ਕੇ ਉਹ ਚੱਕਰ ਦੇ ਬਾਉਂਡਰੀ ਤੇ ਖੜੇ ਹੋ ਜਾਓ ਸਾਰੇ, ਤੁਸੀਂ ਦੇਖੋਗੇ ਸਿਲੰਡਰ ਦੀ ਸ਼ੇਪ ਬਣ ਗਈ। ਤਾਂ ਤੁਸੀਂ ਅਸਲ 'ਚ ਕੀ ਕੀਤਾ, ਤੁਸੀਂ ਜਿਹੜਾ ਚੱਕਰ ਦਾ ਆ ਹਿੱਸਾ ਹੈ ਇਹਨੂੰ ਕੀ ਬੋਲਦੇ ਨੇ, ਘੇਰਾ ਜਾਂ ਪਰਿਮਾਪ, ਇਹਨੂੰ ਇਹੀ ਬੋਲਦੇ ਆ। ਤੁਸੀਂ ਕੀ ਕੀਤਾ, ਤੁਸੀਂ ਇੱਕ ਚੱਕਰ ਬਣਾ ਕੇ ਉਹਦੇ ਘੇਰੇ ਤੇ ਖੜੇ ਹੋ ਗਏ। ਖੜੇ ਹੋਣ ਦਾ ਮਤਲਬ ਉਹਨੂੰ ਉਚਾਈ ਦੇਤੀ। ਤਾਂ ਅਸਲ 'ਚ ਫਿਰ ਤੁਸੀਂ ਕੀ ਕੀਤਾ, ਤੁਸੀਂ ਚੱਕਰ ਦੇ ਘੇਰੇ ਨੂੰ ਉਚਾਈ ਦੇਤੀ। ਉਹ ਕੀ ਬਣ ਗਿਆ, ਜਿੱਥੇ ਹੁਣ ਤੁਸੀਂ ਖੜ ਗਏ, ਐਕਟੀਵਿਟੀ ਕਰਕੇ ਦੇਖੋ, ਜਿੱਥੇ ਤੁਸੀਂ ਸਾਰੇ ਖੜ ਗਏ ਉਹ ਸਿਲੰਡਰ ਦੀ, ਬੇਲਨ ਦੀ ਵਕਰ ਸਤਹ ਬਣ ਗਈ, ਸਾਈਡਾਂ ਵਾਲੀ ਸਤਹ ਬਣ ਗਈ, ਠੀਕ ਹੈ ਨਾ ਮੇਰੀ ਗੱਲ। ਤਾਂ ਹੁਣ ਚੱਕਰ ਦੇ ਘੇਰੇ ਦਾ ਕੀ ਫਾਰਮੂਲਾ ਆਪਾਂ ਕਰ ਚੁੱਕੇ ਹਾਂ, 2 ਪਾਈ r। ਉਚਾਈ ਨੂੰ ਆਪਾਂ ਕੀ ਲੈ ਕੇ ਚੱਲਦੇ ਹਾਂ, h, r ਹੋ ਗਈ ਅਰਧ ਵਿਆਸ, ਰੇਡੀਅਸ ਜਿਸ ਨੂੰ ਆਪਾਂ ਬੋਲਦੇ ਹਾਂ, h ਉਚਾਈ, ਹਾਈਟ। ਤਾਂ ਫਿਰ ਸਿਲੰਡਰ ਦੀ ਵਕਰ ਸਤਹ ਦਾ ਖੇਤਰਫਲ ਕੀ ਹੋ ਗਿਆ, ਚੱਕਰ ਦਾ ਘੇਰਾ, ਆਧਾਰ ਦਾ ਘੇਰਾ, ਚੱਕਰ ਦਾ ਪਰਿਮਾਪ ਗੁਣਾ ਉਚਾਈ, ਤੇ ਚੱਕਰ ਦਾ ਪਰਿਮਾਪ ਹੁੰਦਾ 2 ਪਾਈ r
ਉਚਾਈ ਨਾਲ ਜੋੜਤੀ, ਆਪਾਂ ਅਸਲ 'ਚ ਹੀ ਕੀਤਾ ਹੈ, ਤਾਂ ਫਿਰ ਵਕਰ ਸਤ੍ਹਾ ਦਾ ਖੇਤਰਫਲ ਹੋ ਗਿਆ 2 ਪਾਈ ਆਰ ਐਚ। ਇਹ ਸਿਰਫ ਮੈਂ ਸਾਈਡਾਂ ਦੀ ਗੱਲ ਕੀਤੀ ਹੈ ਜਿੱਥੇ ਵਾਈਟ ਕਲਰ ਦਿਖਾ ਰਿਹਾ ਮੈਂ। ਹੁਣ ਆਪਾਂ ਗੱਲ ਕਰਨੀ ਹੈ ਕੁੱਲ ਸਤ੍ਹਾ ਦੀ, ਤੇ ਕੁੱਲ ਸਤ੍ਹਾ ਦੇ ਵਿੱਚ ਕੀ ਫਰਕ ਪੈ ਗਿਆ ਦੱਸੋ ਮੈਨੂੰ, ਸੋਚ ਕੇ ਦੇਖੋ। ਵਕਰ ਤੇ ਕੁੱਲ ਸਤ੍ਹਾ ਦੇ ਖੇਤਰਫਲ ਦੇ ਵਿੱਚ ਕੀ ਫਰਕ ਹੈ? ਉਹਦੇ ਵਿੱਚ ਇੱਕ ਤਾਂ ਹੋ ਗਈ ਪਾਸਿਆਂ ਵਾਲੀ ਪਾਸਵੀਂ ਸਤ੍ਹਾ, ਵਕਰ ਸਤ੍ਹਾ ਹੋ ਗਈ, ਪਲੱਸ ਸਾਈਡਾਂ ਤੋਂ ਬਾਅਦ ਉੱਪਰ ਢੱਕਣ ਲਾਤਾ, ਕਿਉਂਕਿ ਇਹ ਚੀਜ਼ ਤਾਂ ਬਣ ਗਈ ਜਿਵੇਂ ਆਪਾਂ ਇਕੱਲੀ ਪਾਈਪ ਦੀ ਗੱਲ ਕਰਦੇ ਹਾਂ, ਸਿੰਪਲ ਪਾਈਪ ਜਿਹੜੀ ਪਲਾਸਟਿਕ ਦੀ ਹੁੰਦੀ ਹੈ, ਮੰਨ ਲਓ ਉਹਦੀ ਮੋਟਾਈ ਨਹੀਂ ਹੈਗੀ, ਪਰ ਜਦੋਂ ਇਧਰੋਂ ਵੀ ਢੱਕਣ ਬੰਦ ਕਰਤਾ ਇਧਰੋਂ ਵੀ ਢੱਕਣ ਬੰਦ ਕਰਤਾ, ਇਹਦਾ ਮਤਲਬ ਉਹ ਹੋ ਗਈ ਕੁੱਲ ਸਤ੍ਹਾ। ਉੱਪਰ ਵੀ ਢੱਕਣ ਲਗਾਤਾ ਨੀਚੇ ਵੀ ਢੱਕਣ ਲਗਾਤਾ, ਤਾਂ 2 ਆਪਾਂ ਕੀ ਲਗਾਤੇ ਅਸਲ 'ਚ? ਢੱਕਣ ਕਿਸ ਸ਼ੇਪ 'ਚ ਹੈ? ਆਧਾਰ ਕਿਸ ਸ਼ੇਪ 'ਚ? ਚੱਕਰ ਦੇ ਵਿੱਚ, ਤਾਂ 2 ਆਪਾਂ ਚੱਕਰ ਦੇ ਨਾਲ ਉਹਨੂੰ ਕੀ ਕਰਤਾ? ਬੰਦ ਕਰਤਾ। ਤਾਂ ਫਾਰਮੂਲਾ ਕੀ ਬਣ ਗਿਆ? ਪਾਸਵੀਂ ਦਾ ਹੁੰਦਾ ਇਹਦੀ ਵਕਰ ਦਾ ਹੁੰਦਾ 2 ਪਾਈ ਆਰ ਐਚ, ਚੱਕਰ ਦਾ ਖੇਤਰ ਦਾ ਫਾਰਮੂਲਾ ਕਿੰਨਾ ਹੁੰਦਾ? ਪਾਈ ਆਰ ਦੀ 2 ਨਾਲ ਗੁਣਾ ਕੀਤੀ, ਕਿੰਨਾ ਆ ਗਿਆ? 2 ਪਾਈ ਆਰ ਦੀ 2। ਸੌਖਾ ਕਰਨ ਦੇ ਲਈ ਦੇਖੋ ਧਿਆਨ ਨਾਲ, ਇੱਕ ਤਾਂ 2 ਸਾਂਝਾ ਨਿਕਲ ਗਿਆ, ਪਾਈ ਸਾਂਝਾ ਨਿਕਲ ਗਿਆ, ਇੱਕ ਆਰ ਆ ਰਿਹਾ, ਇੱਕ ਆਰ ਇੱਥੋਂ ਨਿਕਲ ਗਿਆ, ਪੂਰੇ ਐਚ ਬਚ ਗਿਆ, ਇੱਥੇ 2 ਦੇ ਵਿੱਚੋਂ ਇੱਕ ਆਰ ਬਚ ਗਿਆ, ਤਾਂ ਇਹ ਹੋ ਗਿਆ 2 ਪਾਈ ਆਰ ਐਚ ਪਲੱਸ ਆਰ। ਜਾਂ ਤੁਸੀਂ ਇਹ ਵੀ ਕਹਿ ਸਕਦੇ ਹੋ, ਇਹ ਹੋ ਗਿਆ ਚੱਕਰ ਦਾ ਘੇਰਾ ਗੁਣਾ ਉਚਾਈ, ਇਹ ਹੋ ਗਿਆ ਚੱਕਰ ਦਾ ਘੇਰਾ ਗੁਣਾ ਉਚਾਈ ਤੇ ਅਰਧ ਵਿਆਸ ਦਾ ਜੋੜ। ਗੱਲ ਤਾਂ ਇੱਕੋ ਹੀ ਹੈ, ਦੇਖੋ ਧਿਆਨ ਨਾਲ, ਇੱਥੇ ਉਚਾਈ ਨਾਲ ਗੁਣਾ ਕਰਤੀ, ਇੱਥੇ ਉਚਾਈ ਤੇ ਅਰਧ ਵਿਆਸ ਦੇ ਜੋੜ ਦੇ ਨਾਲ ਕੀ ਕਰਤੀ? ਗੁਣਾ ਕਰਤੀ। ਤਾਂ ਦੇਖੋ ਇਸ ਟੌਪਿਕ ਤੇ ਆਪਾਂ ਗੱਲ ਕਰਨੀ ਹੈ, ਪਰੰਤੂ ਹਾਂ ਅਗਰ ਉਹਨਾਂ ਨੇ ਇਹ ਕਹਿਤਾ ਉੱਪਰੋਂ ਢੱਕਣ ਖੋਲਤਾ, ਦੇਖੋ ਉਹੀ ਜਿਹੜੀ ਆਪਾਂ ਘਨਾਬ 'ਚ ਗੱਲ ਕੀਤੀ ਹੈ, ਸਿਲੰਡਰ ਹੈ ਉਹਦਾ ਉੱਪਰਲਾ ਢੱਕਣ ਖੋਲਤਾ, ਜਿਵੇਂ ਆਪਣੇ ਘਰੇ ਆਪਾਂ ਕਹਿੰਦੇ ਆ ਮਿਰਤਬਾਨ ਹੁੰਦੇ ਨੇ, ਬੇਸ ਹੁੰਦੇ ਨੇ, ਡਸਟਬਿਨਸ ਹੁੰਦੇ ਆ, ਉੱਪਰ ਢੱਕਣ ਖੁੱਲਾ ਹੋ ਜਾਂਦਾ ਨਾ, ਤਾਂ ਕੀ ਹੋ ਗਿਆ ਇੱਥੇ ਦੇਖੋ, ਆ ਤਾਂ ਹੋ ਗਈ ਇਹਦੀ ਸਾਈਡਾਂ ਵਾਲੀ 2 ਪਾਈ ਆਰ ਐਚ ਪਾਸਵੀਂ, ਆਧਾਰ ਇੱਥੇ 2 ਸੀ ਕਿਉਂਕਿ ਉੱਪਰ ਨੀਚੇ ਢੱਕਣ ਲਗਾਇਆ ਹੈ, ਇੱਥੇ ਕਿੰਨੇ ਆਧਾਰ ਰਹਿ ਗਏ? 1 ਰਹਿ ਗਿਆ, ਇਹ ਹੋ ਗਿਆ ਫਿਰ ਪਲੱਸ 1 ਚੱਕਰ। ਤਾਂ ਆਪਾਂ ਜੋ ਆਪਾਂ ਨੂੰ ਦਿੱਤਾ ਹੋਇਆ ਹੈ ਉਹਦੇ ਅਕੋਰਡਿੰਗ ਆਪਾਂ ਕੀ ਕਰਾਂਗੇ? ਕੁਐਸਚਨਾਂ ਨੂੰ ਕੀ ਕਰਾਂਗੇ? ਸੋਲਵ ਕਰਾਂਗੇ। ਇਸ ਚੀਜ਼ ਤੇ ਆਪਾਂ ਹੁਣ ਕੀ ਕਰਨੀ ਹੈ? ਗੱਲ ਕਰਨੀ ਹੈ, ਸਿਲੰਡਰ ਤੇ ਗੱਲ ਕਰਨੀ ਹੈ। ਕੁਝ ਉਦਾਹਰਨਾਂ ਲੈ ਕੇ ਆਪਾਂ ਸਟਾਰਟ ਕਰਦੇ ਹਾਂ। ਦੇਖੋ ਥੋੜਾ ਜਿਹਾ ਮੈਂ ਰਿਪੀਟ ਕਰ ਰਿਹਾ, ਸਿਲੰਡਰ ਦੀ ਵਕਰ ਸਤ੍ਹਾ ਦਾ ਖੇਤਰਫਲ ਕਿੰਨਾ ਹੋ ਗਿਆ? 2 ਪਾਈ ਆਰ ਐਚ, ਵਕਰ ਸਤ੍ਹਾ 2 ਪਾਈ ਆਰ ਐਚ, ਤੇ ਕੁੱਲ 2 ਪਾਈ ਆਰ ਐਚ ਪਲੱਸ ਆਰ। ਠੀਕ, ਅਗਰ ਬਿਨਾਂ ਢੱਕਣ ਤੋਂ ਕਹਿਤਾ, ਇੱਕ ਢੱਕਣ ਉਡਾਤਾ ਉੱਪਰੋਂ, ਤਾਂ ਉਸ ਕੇਸ 'ਚ ਬਣ ਜੂ 2 ਪਾਈ ਆਰ ਐਚ ਪਾਸਵੀਂ ਪਲੱਸ 1 ਚੱਕਰ। ਤਾਂ ਇਸ ਅਕੋਰਡਿੰਗ ਆਪਾਂ ਕੁਐਸਚਨਾਂ ਨੂੰ ਕੀ ਕਰਾਂਗੇ? ਸੋਲਵ ਕਰਾਂਗੇ। ਆਪਾਂ ਕੁਝ ਐਗਜ਼ਾਮਪਲਾਂ ਲੈ ਕੇ, ਕੁਝ ਕੁਐਸਚਨ ਲੈ ਕੇ ਹੁਣ ਇਹਨੂੰ ਕੀ ਕਰਦੇ ਹਾਂ? ਸਟਾਰਟ ਕਰਦੇ ਹਾਂ। ਹੁਣ ਦੇਖੋ ਪਹਿਲਾ ਕੁਐਸਚਨ ਕੀ ਕਹਿ ਰਿਹਾ ਆਪਾਂ ਨੂੰ, ਉਚਾਈ 14 ਸੈਂਟੀਮੀਟਰ ਵਾਲੇ, ਉਚਾਈ 14 ਸੈਂਟੀਮੀਟਰ ਵਾਲੇ ਇੱਕ ਲੰਬ ਚੱਕਰੀ, ਇੱਕ ਲੰਬ ਚੱਕਰੀ ਸਿਲੰਡਰ ਦੀ ਵਕਰ ਸਤ੍ਹਾ ਦਾ ਖੇਤਰਫਲ ਵਕਰ ਸਤ੍ਹਾ ਦਾ ਖੇਤਰਫਲ 88 ਵਰਗ ਸੈਂਟੀਮੀਟਰ ਹੈ, ਤਾਂ ਬੇਲਨ ਦੇ ਜਾਂ ਸਿਲੰਡਰ ਦੇ ਆਧਾਰ ਦਾ ਵਿਆਸ ਪਤਾ ਕਰੋ। ਆਹ ਕੁਐਸਚਨ ਹੈ। ਦਿੱਤਾ ਕੀ ਹੋਇਆ? ਉਚਾਈ ਕਿੰਨੀ? 14 ਸੈਂਟੀਮੀਟਰ। ਉਦੋਂ ਬਾਅਦ ਵਕਰ ਸਤ੍ਹਾ ਦਾ ਖੇਤਰਫਲ, ਜੋ ਦਿੱਤਾ ਉਵੇਂ ਸਟਾਰਟ ਕਰੋ ਕੁਐਸਚਨ। ਦੇਖੋ ਸਿਲੰਡਰ ਦੀ ਵਕਰ ਸਤ੍ਹਾ ਦਾ ਖੇਤਰਫਲ 88। ਹੁਣ ਸਿਲੰਡਰ ਦੀ ਵਕਰ ਸਤ੍ਹਾ ਦਾ ਕੀ ਫਾਰਮੂਲਾ ਹੈ? 2 ਪਾਈ ਆਰ ਐਚ, 2 ਪਾਈ ਆਰ ਐਚ, ਇਹੀ ਹੈ ਨਾ। 2 ਪਾਈ ਦੀ ਆਪਾਂ 2 ਕੀਮਤਾਂ ਤੇ ਗੱਲ ਕਰਾਂਗੇ, 22/7 ਜਾਂ 3.14। ਅਗਰ ਕੁਝ ਵੀ ਨਹੀਂ ਮੈਂਸ਼ਨ ਹੁੰਦਾ ਤਾਂ ਜ਼ਿਆਦਾਤਰ ਕੇਸ 'ਚ ਆਪਾਂ 22/7 ਲੈ ਕੇ ਚੱਲਦੇ ਹਾਂ, ਨਹੀਂ 3.14 ਉੱਥੇ ਮੈਂਸ਼ਨ ਹੁੰਦਾ। ਇੱਥੇ ਆਪਾਂ ਕੀ ਲੈ ਰਹੇ ਹਾਂ? 22/7। ਆਰ ਨਹੀਂ ਪਤਾ, ਐਚ 14 ਕਿਹਦੇ ਬਰਾਬਰ ਆ ਗਿਆ? 88 ਦੇ।
आर की कीमत कढ़नी है तो सारा उधर जाके उल्टा हो जू, क्योंकि गुण है, नीचे वाली संख्या ऊपर वग जू, ऊपर वाली नीचे। हल करते हैं। 7 एकम 7, 7 दूनी 14, 2 एकम 2, 44 दूना 88, 2 एकम 2, 22 दूना 44, 22 ਦੇ ਨਾਲ 22 ਕੱਟ ਗਿਆ, ਸਾਰੇ ਆਪਸ ਕੱਟ ਕੇ ਕਿੰਨਾ ਬਚ ਗਿਆ ਪਿੱਛੇ 1, ਕੀ ਬਚ ਗਿਆ, ਕੀ ਚੱਲ ਰਿਹਾ ਦੇਖੋ ਸੈਂਟੀਮੀਟਰ। ਤਾਂ ਆਰ ਦਾ ਮਤਲਬ ਕੀ ਹੋ ਗਿਆ, ਅਰਧ ਵਿਆਸ। ਅਰਧ ਵਿਆਸ ਆਪਣੇ ਕੋਲੇ 1 ਸੈਂਟੀਮੀਟਰ ਆ ਗਿਆ, ਆਪਾਂ ਕੀ ਕੱਢਣਾ ਹੈ, ਵਿਆਸ। ਤੇ ਵਿਆਸ ਤੇ ਅਰਧ ਵਿਆਸ ਕੀ ਰਿਲੇਸ਼ਨ ਹੁੰਦਾ ਹੈ, 2 ਗੁਣਾ ਦਾ। ਤਾਂ ਇਹ ਫਿਰ ਕਿੰਨਾ ਹੋ ਗਿਆ, 2 ਸੈਂਟੀਮੀਟਰ। ਬਿਲਕੁਲ ਇਸ ਅਕੋਰਡਿੰਗ ਆਪਾਂ ਕੁਐਸਚਨਾਂ ਨੂੰ ਹੱਲ ਕਰਨਾ ਹੈ। ਅਗਲਾ ਕੁਐਸਚਨ ਹੈ ਆਪਣੇ ਕੋਲੇ, ਸਿਰਫ ਫਾਰਮੂਲਾ ਧਿਆਨ 'ਚ ਹੋਵੇ, ਟੌਪਿਕ 'ਚ ਨਹੀਂ ਕੋਈ ਪ੍ਰੋਬਲਮ ਹੈਗੀ। ਕਹਿੰਦੇ ਧਾਤੂ ਦੀ ਇੱਕ ਚਾਦਰ ਨਾਲ, ਧਾਤੂ ਦੀ ਇੱਕ ਚਾਦਰ ਨਾਲ 1 ਮੀਟਰ ਉੱਚੀ ਅਤੇ 140 ਸੈਂਟੀਮੀਟਰ ਵਿਆਸ ਦੇ ਆਧਾਰ ਵਾਲੀ, ਵਿਆਸ ਦੇ, ਦੇਖੋ ਧਿਆਨ ਡਾਇਮੈਂਸ਼ਨ ਦਾ ਦੇਖਣਾ ਹੈ, 1 ਮੀਟਰ ਉੱਚੀ ਹੈ ਅਤੇ 140 ਸੈਂਟੀਮੀਟਰ ਵਿਆਸ ਦੇ ਆਧਾਰ ਵਾਲੀ ਇੱਕ ਬੰਦ ਬੇਲਨਾਕਾਰ ਟੈਂਕੀ ਬਣਾਈ ਗਈ ਹੈ। ਆਪਾਂ ਨੂੰ ਆ ਇੱਕ ਇਨਫੋਰਮੇਸ਼ਨ ਦੇਤੀ। ਇਸ ਕੰਮ ਲਈ ਹੁਣ ਅੱਗੇ ਕੀ ਕਿਹਾ ਹੈ, ਇਸ ਕੰਮ ਲਈ ਕਿੰਨੇ ਵਰਗ ਮੀਟਰ ਚਾਦਰ ਦੀ ਲੋੜ ਹੋਵੇਗੀ। ਦੇਖੋ ਸਭ ਤੋਂ ਪਹਿਲਾ ਕੁਐਸਚਨ ਕੱਢਣਾ ਕੀ ਹੈ, ਚਾਦਰ ਦੀ ਗੱਲ ਕੀਤੀ ਹੈ, ਟੈਂਕੀ ਤੇ ਚਾਦਰ ਕਿੱਥੇ ਲੱਗਦੀ ਹੈ, ਧਾਤੂ ਦੀ ਸਾਈਡਾਂ ਤੇ, ਠੀਕ ਹੋ ਗਿਆ। ਹੁਣ ਆਪਾਂ ਕੀ ਕੱਢਣਾ ਹੈ, ਪਾਸਵੀਂ ਕੇ ਕੁੱਲ ਦੇਖਦੇ ਆ। ਆਪਾਂ ਨੂੰ ਕੀ ਦਿੱਤਾ, ਉਚਾਈ 1 ਮੀਟਰ, h 1 ਮੀਟਰ, 140 ਸੈਂਟੀਮੀਟਰ ਵਿਆਸ, ਬਹੁਤ ਧਿਆਨ ਨਾਲ ਗੱਲ ਦੇਖਣਾ ਹੈ, ਵਿਆਸ 140 ਸੈਂਟੀਮੀਟਰ। ਤਾਂ ਅਰਧ ਵਿਆਸ ਕਿੰਨਾ ਹੋ ਗਿਆ, ਇਸ ਦਾ ਅੱਧਾ ਕੱਟਿਆ 70 ਸੈਂਟੀਮੀਟਰ। ਆ ਮੀਟਰ ਹੈ, ਆ ਕੀ ਚੱਲ ਰਿਹਾ ਹੈ, ਸੈਂਟੀਮੀਟਰ, ਇਕਾਈ ਸੇਮ ਰੱਖਣੀ ਆ। ਅੱਗੇ ਬੰਦ ਟੈਂਕੀ ਬਣਾਤੀ, ਆ ਲਓ ਜੀ। ਬੰਦ ਟੈਂਕੀ ਦਾ ਮਤਲਬ ਕੀ ਕੱਢਣਾ ਹੈ, ਕੁੱਲ ਸਤਹ। ਬਿਲਕੁਲ ਕੁੱਲ ਸਤਹ ਦਾ ਖੇਤਰਫਲ, ਕਿਉਂਕਿ ਚਾਦਰ ਜਿੱਥੇ ਜਿੱਥੇ ਲੱਗੀ ਹੈ ਉਹ ਕਿਹੜੀ ਹੋ ਗਈ, ਚਾਰੇ ਪਾਸੇ ਹੋ ਗਈ। ਉੱਪਰ ਬੰਦ ਕਰਤਾ, ਨੀਚੋਂ ਬੰਦ ਕਰਤਾ, ਤਾਂ ਇੱਕ ਬੰਦ ਟੈਂਕੀ ਬਣਾਤੀ। ਤਾਂ ਇਹਦਾ ਮਤਲਬ ਆਪਾਂ ਕੀ ਕੱਢਣੀ ਹੈ, ਕੁੱਲ ਸਤਹ। ਕਿੰਨੇ ਵਰਗ ਮੀਟਰ ਕਿਹਾ ਇਹਨਾਂ ਨੇ, ਹੁਣ ਇੱਥੇ ਆ ਮੀਟਰ ਹੈ, ਇਹਨੂੰ ਮੀਟਰ 'ਚ ਬਦਲੋ। 1 ਮੀਟਰ ਦੇ ਵਿੱਚ 100 ਸੈਂਟੀਮੀਟਰ ਹੁੰਦੇ ਨੇ, ਤਾਂ ਉਰੇ ਆਪਾਂ ਵੰਡ ਦਾਂਗੇ। ਕੋਈ ਪੁਆਇੰਟਸ ਲਿਖਣ ਦੀ ਲੋੜ ਨਹੀਂ, ਵਟਿਆਂ 'ਚ ਰੱਖੋ। ਕੁਐਸਚਨ ਨੂੰ ਅਗਰ ਸੌਖਾ ਕਰਨਾ ਹੈ ਤਾਂ ਦਸ਼ਮਲਵ ਨਾਲੋਂ ਉਸ ਨੂੰ ਵਟਿਆਂ 'ਚ ਰੱਖਣਾ ਹੈ। ਕੁੱਲ ਸਤਹ ਦਾ ਖੇਤਰਫਲ 2 ਪਾਈ r, ਚੱਕਰ ਦਾ ਘੇਰਾ ਤੁਹਾਨੂੰ ਤਰੀਕਾ ਵੀ ਦੱਸਿਆ ਸੀ, ਉਚਾਈ ਤੇ ਅਰਧ ਵਿਆਸ ਦਾ ਜੋੜ। ਪਾਈ ਬਾਰੇ ਕੁਝ ਵੀ ਨਹੀਂ ਕਿਹਾ, 22/7। r ਕਿੰਨਾ, 7/10। h ਕਿੰਨਾ, 1। r ਕਿੰਨਾ, 7/10। 7 ਨਾਲ 7 ਕੱਟ ਗਿਆ, 22 ਦੂਣੀ 44/10। ਤੁਸੀਂ ਇਹਨੂੰ ਵੀ ਕੱਟ ਸਕਦੇ ਹੋ, ਇੱਥੇ ਲਘੁੱਤਮ ਲਿਆ ਆਪਾਂ, 10, 10 ਏਕਮ 10 ਪਲੱਸ 7, 44/10 ਗੁਣਾ 17/10। ਨੀਚੇ ਆ ਗਿਆ 100, 44 ਦੀ 17 ਨਾਲ ਗੁਣਾ। ਫਿਰ ਉਹੀ ਗੱਲ, ਜੇ 17 ਦਾ ਪਹਾੜਾ ਆਉਂਦਾ, ਮੈਂ ਗੱਲ ਕੀਤੀ ਸੀ, 17 ਚੌਕੇ 68, 8 6, 17 ਚੌਕੇ 68 ਤੇ 6 74, 748। 2 ਜ਼ੀਰੋਆਂ ਨੇ ਤਾਂ 2 ਦਸ਼ਮਲਵ ਅੰਕ, 7.48 ਵਰਗ ਮੀਟਰ ਆਪਾਂ ਨੂੰ ਚਾਦਰ ਦੀ ਕੀ ਪੈਣੀ ਹੈ, ਜ਼ਰੂਰਤ ਪੈਣੀ ਹੈ ਇੱਥੇ। ਹੁਣ ਅੱਗੇ ਚੱਲਦੇ ਹਾਂ ਆਪਾਂ। ਦੇਖੋ ਕੁਐਸਚਨ ਦੇ ਵਿੱਚ ਜੋ ਦਿੱਤਾ ਹੋਇਆ ਸਿਰਫ ਉਹਦੇ ਅਕੋਰਡਿੰਗ, ਤਾਂ ਹੀ ਮੈਂ ਕਹਿੰਦਾ ਰੱਟਾ ਨਹੀਂ। ਜੀ ਅਗਰ ਉਰੇ ਖੁੱਲੀ ਕਿਹਾ ਹੁੰਦਾ ਟੈਂਕੀ, ਤਾਂ ਆਪਾਂ ਕੀ ਕਰਦੇ, ਇੱਕ ਆਧਾਰ ਘਟ ਗਿਆ ਸੀ, ਫਿਰ ਆਪਾਂ ਇਹ ਲੈ ਕੇ ਚੱਲਦੇ। ਲੇਕਿਨ ਉਰੇ ਕੀ ਕਹਤਾ ਇਹਨਾਂ ਨੇ, ਬੰਦ ਕਹਿਤਾ, ਤਾਂ ਆਪਾਂ ਕੁੱਲ ਦੀ ਗੱਲ ਕਰਨੀ ਹੈ। ਅਗਲਾ ਕੁਐਸਚਨ ਦੇਖੋ, ਇੱਕ ਕਿਸੇ ਬੇਲਨਾਕਾਰ ਥੰਮ ਦਾ ਵਿਆਸ
50 ਸੈਂਟੀਮੀਟਰ, ਇੱਕ ਬੇਲਨਾਕਾਰ ਥੰਮ ਦਿੱਤਾ, ਵਿਆਸ 50 ਸੈਂਟੀਮੀਟਰ ਅਤੇ ਉਚਾਈ 3.5 ਮੀਟਰ ਹੈ। 12.50 ਪ੍ਰਤੀ ਵਰਗ ਮੀਟਰ ਦੀ ਦਰ ਨਾਲ 12.50 ਵਰਗ ਮੀਟਰ ਦੀ ਦਰ ਨਾਲ ਥੰਮ ਦੀ ਵਕਰ ਸਤਹ ਤੇ ਰੰਗ ਕਰਵਾਉਣ ਦਾ ਖਰਚ ਪਤਾ ਕਰੋ। ਆ ਕੁਐਸਚਨ ਆ ਗਿਆ। ਇੱਕ ਬੇਲਨਾਕਾਰ ਥੰਮ ਦਿੱਤਾ ਹੈ, ਪਿੱਲਰ ਦਿੱਤਾ ਹੈ, ਵਿਆਸ ਦੇਤਾ 50 ਸੈਂਟੀਮੀਟਰ, ਤੇ ਜੇ ਵਿਆਸ 50 ਸੈਂਟੀਮੀਟਰ ਹੈ, ਅਰਧ ਵਿਆਸ ਕਿੰਨਾ ਹੋ ਗਿਆ? 50/2 ਕੱਟਿਆ 25 ਸੈਂਟੀਮੀਟਰ ਆ ਗਿਆ। ਠੀਕ। ਉਚਾਈ ਦੇਤੀ h 3.5 ਮੀਟਰ। ਆ ਮੀਟਰ ਹੈ, ਆ ਸੈਂਟੀਮੀਟਰ। ਕੀ ਚਾਹੀਦਾ ਦੇਖਦੇ ਹਾਂ। ਆਹ ਰੇਟ ਆ ਸੀ, ਇੱਥੋਂ ਪਤਾ ਲੱਗੂ ਆਪਾਂ ਦੋਨੇ ਮੀਟਰ 'ਚ ਰੱਖੀਏ ਜਾਂ ਦੋਨੇ ਸੈਂਟੀਮੀਟਰ। ਆਪਾਂ ਨੂੰ ਉਰੇ ਕੀ ਚਾਹੀਦਾ ਦੇਖੋ, ਮੀਟਰ ਦੀ ਘਾਤ 2 ਤਾਂ ਮੀਟਰ ਚਾਹੀਦਾ। 1 ਮੀਟਰ 'ਚ 100 ਸੈਂਟੀਮੀਟਰ, ਆਪਾਂ ਉਲਟਾ ਚੱਲਣਾ ਤਾਂ 25/100 ਮੀਟਰ। 25 ਏਕਮ 25, 25 ਚੌਕਾ 100। ਤਾਂ ਇਹਦਾ ਮਤਲਬ ਅਰਧ ਵਿਆਸ ਕਿੰਨਾ ਆ ਗਿਆ? 1.4। ਇਹਨੂੰ ਵੀ ਸੌਖਾ ਕਰਦੇ ਹਾਂ। ਦਸ਼ਮਲਵ ਹਟਾਇਆ, 1 0 ਲੱਗ ਗਈ। 7 5 35, 5 ਦੂਣੀ 10, ਇਹ ਆ ਗਿਆ। ਹੁਣ ਆਪਾਂ ਜੋ ਰੰਗ ਕਰਨਾ ਹੈ ਉਹ ਕਿਸ ਤੇ ਕਰਨਾ ਹੈ? ਦੇਖੋ, ਵਕਰ ਸਤਹ ਤੇ ਕਰਨਾ ਹੈ। ਤਾਂ ਫਿਰ ਜੋ ਥੰਮ ਹੈ, ਪਿੱਲਰ ਹੈ, ਉਹਦੀ ਵਕਰ ਸਤਹ ਦੇ ਖੇਤਰਫਲ, ਕਿਉਂਕਿ ਉਹ ਕਿਸ ਸ਼ੇਪ 'ਚ ਹੈ? ਸਿਲੰਡਰ, ਬੇਲਨ ਦੀ ਸ਼ੇਪ ਦੇ ਵਿੱਚ ਹੈ। ਤਾਂ ਕੀ ਫਾਰਮੂਲਾ ਹੋ ਗਿਆ? 2πRh। 2 ਪਾਈ 22/7, R 1/4, H 7/2। 7 ਏਕਮ 7, 7 ਏਕਮ 7, 2 ਏਕਮ 2, 2 ਏਕਮ 2, 2 ਦੂਣੀ 4, 2 ਦੀ 11 ਨਾਲ। ਤਾਂ ਹੱਲ ਕੀਤਾ 11/2 ਵਰਗ ਮੀਟਰ ਆਪਣੇ ਕੋਲ ਆ ਗਿਆ। ਇਹੀ ਆ ਗਿਆ ਨਾ। ਜਾਂ ਪੁਆਇੰਟਾਂ 'ਚ ਕਰਨਾ ਤਾਂ 5.5 ਲਿਖ ਲਓ, ਤੁਹਾਡੀ ਮਰਜ਼ੀ ਹੈ। ਇਹ ਆ ਗਿਆ ਖੇਤਰਫਲ। ਪਰ ਆਪਾਂ ਪੇਂਟ ਕਰਵਾਉਣਾ ਜੀ। ਰੰਗ ਦਾ ਖਰਚ ਫਿਰ ਕਿੰਨਾ ਹੋ ਗਿਆ? ਰੰਗ ਕਰਵਾਉਣ ਦਾ ਖਰਚ 11/2। ਇੰਨੀ ਜਗ੍ਹਾ, ਇੰਨਾ ਹਿੱਸਾ ਆਪਣੇ ਕੋਲ, ਤਾਂ ਆਪਾਂ ਗੁਣਾ ਕਰਨੀ ਹੈ 12.50। ਦਸ਼ਮਲਵ ਹਟਾਇਆ, ਆ ਗਿਆ। ਆਪਾਂ ਗੁਣਾ ਕਰਕੇ ਇਹਨੂੰ ਹੱਲ ਕਰ ਲਾਂਗੇ। 5 ਤੇ ਗਿਆ 2, 5 ਤੇ ਗਿਆ 25, 11 ਦੀ 25 ਨਾਲ ਗੁਣਾ ਕੀਤੀ 275, 2 ਦੂਣੀ 4, ਇੰਨਾ ਖਰਚਾ। ਇਹਨੂੰ ਵੰਡਿਆ 6 ਚੌਕਾ 24, 35, 8 ਚੌਕਾ 32, ਤਾਂ 68 ਰੁਪਏ 75 ਪੈਸੇ ਲੱਗਣੇ ਨੇ ਅਗਰ ਆਪਾਂ ਉਸ ਬੇਲਨਾਕਾਰ ਥੰਮ ਨੂੰ ਕੀ ਕਰੀਏ? ਪੇਂਟ ਕਰਵਾਈਏ। ਤਾਂ ਆਪਣੇ ਕੋਲੇ ਇੰਨਾ ਖਰਚਾ ਆਉਂਦਾ। ਅਗਲੇ ਕੁਐਸਚਨ ਚੱਲ। ਦੇਖੋ ਕੁਐਸਚਨ ਸੇਮ ਚੱਲ ਰਿਹਾ ਹੈ। ਇੱਕ ਤਾਂ ਇਕਾਈ ਜਦੋਂ ਬਦਲਣੀ ਹੈ, ਸਿਰਫ ਉਦੋਂ ਧਿਆਨ ਰੱਖਣਾ ਹੈ ਕਿ ਮੀਟਰ ਚਾਹੀਦਾ ਹੈ ਆਪਾਂ ਨੂੰ, ਸੈਂਟੀਮੀਟਰ ਚਾਹੀਦਾ, ਕੀ ਚਾਹੀਦਾ। ਅੱਗੇ ਕੁਐਸਚਨ ਹੈ, ਇੱਕ ਲੰਬ ਚੱਕਰੀ ਵੇਲਣ ਦੀ ਲੰਬ ਚੱਕਰੀ ਬੇਲਣ ਦੀ ਵਕਰ ਸਤਹ ਦਾ ਖੇਤਰਫਲ 4.4 ਵਰਗ ਮੀਟਰ ਹੈ। ਜੇਕਰ ਬੇਲਣ ਦਾ ਆਧਾਰ ਦਾ ਅਰਧ ਵਿਆਸ, ਜੇਕਰ ਬੇਲਣ ਦੇ ਆਧਾਰ ਦਾ ਅਰਧ ਵਿਆਸ 0.7 ਮੀਟਰ ਹੋਵੇ ਤਾਂ ਬੇਲਣ ਦੀ ਉਚਾਈ ਪਤਾ ਕਰੋ। ਆਹ ਕੁਐਸਚਨ ਆ ਗਿਆ। ਤਾਂ ਦਿੱਤਾ ਕੀ ਹੋਇਆ ਆਪਾਂ ਨੂੰ, ਉਹ ਦੇਖੋ। ਸਭ ਤੋਂ ਪਹਿਲਾਂ ਆਪਾਂ ਨੂੰ ਕੀ ਦਿੱਤਾ ਹੈ? ਦੇਖੋ ਕੀ ਦਿੱਤਾ ਹੋਇਆ ਹੈ। ਇੱਕ ਦਿੱਤਾ ਹੋਇਆ ਵਕਰ ਸਤਹ ਦਾ ਖੇਤਰਫਲ। ਤਾਂ ਬੇਲਣ ਦੀ ਵਕਰ ਸਤਹ ਦਾ ਖੇਤਰਫਲ 4.4 ਵਰਗ ਮੀਟਰ। ਇਹਦਾ ਕੀ ਫਾਰਮੂਲਾ ਹੈ ਵਕਰ ਸਤਹ ਦਾ? 2πRh।
ਇਹਨੂੰ ਵਟਿਆਂ 'ਚ ਕਰ ਦੋ 44 ਇਕਤਾ ਦਿੱਤਾ ਹੋਇਆ। ਦੂਸਰਾ ਆਪਾਂ ਨੂੰ ਅਰਧ ਵਿਆਸ ਦਿੱਤਾ। ਅਰਧ ਵਿਆਸ ਦਾ ਮਤਲਬ ਆਰ ਦੇਤਾ 0.7 ਮੀਟਰ, ਜਾਂ ਇਹਨੂੰ ਵਟਿਆਂ 'ਚ ਕਰੋ 1 ਏਕਾ 1 0 7/10 ਮੀਟਰ। ਕੀਮਤਾਂ ਭਰਦੇ ਆ 2 ਪਾਈ ਆ ਗਿਆ 22/7, ਆਰ ਕਿੰਨੀ ਆ ਗਈ 7/10, ਐਚ ਆਪਾਂ ਦੇਖੋ ਪਤਾ ਕਰਨੀ ਹੈ 44/10 ਕੱਟ ਗਿਆ। ਹੁਣ ਐਚ ਆ ਉਵੇਂ ਦਾ ਉਵੇਂ, ਇੱਧਰ ਸਾਰੇ ਉਲਟੇ ਹੋ ਜਾਣਗੇ, ਨੀਚੇ ਵਾਲੀ ਉੱਪਰ ਪਹੁੰਚ ਜੂ, ਉੱਪਰ ਵਾਲੀ ਨੀਚੇ। 10 ਏਕਮ 10 10 ਏਕਮ 10 2 22, ਇਹ ਸਾਰਾ ਕੱਟ ਗਿਆ। ਆਪਣੇ ਕੋਲੇ ਦੇਖੋ ਕੱਟ ਕੇ ਕੀ ਬਚ ਗਿਆ 1 ਮੀਟਰ ਬਚ ਗਿਆ। ਤਾਂ ਇਹਦਾ ਮਤਲਬ ਜੋ ਬੇਲਨ ਦੀ ਉਚਾਈ ਹੈ ਜਿਸ ਦੀ ਆਪਾਂ ਨੂੰ ਵਕਰ ਸਤ੍ਹਾ ਦਿੱਤੀ ਹੋਈ ਹੈ ਉਹ ਕਿੰਨੀ ਆ ਗਈ 1 ਮੀਟਰ ਆ ਗਈ। ਦੇਖੋ ਕੁਐਸਚਨ ਸੇਮ ਚੱਲੀ ਜਾਂਦੇ ਆ, ਮੈਂ ਇੱਕੋ ਹੀ ਗੱਲ ਬਾਰ-ਬਾਰ ਰਿਪੀਟ ਕਰ ਰਿਹਾ ਆਪਣੀ ਇਸੇ ਕਰਕੇ ਕਿ ਸਿਰਫ ਫਾਰਮੂਲੇ ਨੂੰ ਦੇਖਣਾ। ਨੈਕਸਟ ਕੁਐਸਚਨ ਦੇਖੋ ਕੀ ਹੈ, ਕਿਸੇ ਚੱਕਰਾਕਾਰ ਖੂਹ ਦਾ ਕਿਸੇ ਚੱਕਰਾਕਾਰ ਖੂਹ ਦਾ ਅੰਦਰੂਨੀ ਵਿਆਸ, ਦੇਖੋ ਸ਼ਬਦ ਇਹ ਬਹੁਤ ਧਿਆਨ ਰੱਖਣਾ ਹੈ, ਵਿਆਸ ਦਿੱਤਾ ਹੈ ਕਿ ਅਰਧ ਵਿਆਸ ਦਿੱਤਾ ਹੈ, 3.5 ਮੀਟਰ ਹੈ ਅਤੇ ਇਹ 10 ਮੀਟਰ ਡੂੰਘਾ ਹੈ ਅਤੇ ਇਹ 10 ਮੀਟਰ ਡੂੰਘਾ ਹੈ। ਖੂਹ ਦੀ ਡਾਇਮੈਂਸ਼ਨਸ ਦੇਤੀਆਂ ਆਪਾਂ ਨੂੰ ਤੇ ਹੁਣ ਇਹਨਾਂ ਨੇ ਕੀ ਕਿਹਾ 40 ਰੁਪਏ ਪ੍ਰਤੀ ਵਰਗ ਮੀਟਰ ਦੀ ਦਰ ਨਾਲ ਖੂਹ ਦੀ ਵਕਰ ਸਤ੍ਹਾ ਤੇ ਪਲਸਤਰ ਕਰਨ ਦਾ ਖਰਚ ਪਤਾ ਕਰੋ। ਆ ਚੀਜ਼ਾਂ ਦਿੱਤੀਆਂ। ਸਭ ਤੋਂ ਪਹਿਲਾਂ ਆਪਾਂ ਨੂੰ ਕੀ ਦਿੱਤਾ ਉਰੇ ਵਿਆਸ, ਇਸ ਚੀਜ਼ ਨੂੰ ਦੇਖਣਾ ਵਿਆਸ ਹੈ ਕਿ ਅਰਧ ਵਿਆਸ ਹੈ 3.5 ਮੀਟਰ। ਤਾਂ ਫਿਰ ਅਰਧ ਵਿਆਸ ਕਿੰਨਾ ਹੋਊਗਾ ਇਸ ਦਾ ਅੱਧਾ, ਇਹੀ ਹੋ ਗਿਆ ਨਾ। ਇਹਨੂੰ ਹੱਲ ਕਰਦੇ ਆ, ਪੁਆਇੰਟ ਹਟਾਇਆ 1 0 ਲੱਗੀ ਨੀਚੇ 35/20, 5 ਦੇ ਪਹਾੜੇ ਤੇ ਗਿਆ 5 7 35 7 ਚੌਕਾ 20, ਤਾਂ ਅਰਧ ਵਿਆਸ ਕਿੰਨਾ ਆ ਗਿਆ 7/4 ਮੀਟਰ। 10 ਮੀਟਰ ਡੂੰਘਾ, ਡੂੰਘਾਈ ਜਾਂ ਉਚਾਈ ਇੱਕੋ ਗੱਲ ਹੈ, ਕਿੰਨੀ ਹੋ ਗਈ 10 ਮੀਟਰ। 40 ਰੁਪਏ ਠੀਕ ਹੈ ਲਾਣੇ ਨੇ, ਪਰ ਲਾਣੇ ਕਿੱਥੇ ਹੈ ਵਕਰ ਸਤ੍ਹਾ ਤੇ ਪਲਸਤਰ ਕਰਨਾ ਹੈ ਧਿਆਨ ਨਾਲ। ਤਾਂ ਵਕਰ ਸਤ੍ਹਾ ਦਾ ਖੇਤਰਫਲ, ਖੂਹ ਕਿਸ ਸ਼ੇਪ 'ਚ ਹੈ ਬੇਲਨਾਕਾਰ ਸਿਲੰਡਰ, ਤਾਂ ਉਹਦਾ ਕੀ ਹੋ ਗਿਆ ਫਿਰ 2 ਪਾਈ RH, 2 ਗੁਣਾ ਪਾਈ ਆ ਗਿਆ 22/7, R ਆ ਗਿਆ 7/4, H ਆ ਗਿਆ 10। 7 ਨਾਲ 7 ਕੱਟ ਗਿਆ, 2 ਏਕਮ 2, 2 ਦੂਣੀ 4, 2 ਏਕਮ 2, 11 ਦੂਣੀ 22, ਕਿ 11 10 110। ਤਾਂ ਇਹਦਾ ਮਤਲਬ ਖੂਹ ਦੀ ਜਿਹੜੀ ਵਕਰ ਸਤ੍ਹਾ ਦਾ ਖੇਤਰਫਲ ਕਿੰਨਾ ਆ ਗਿਆ 110 ਵਰਗ ਮੀਟਰ। ਆਪਾਂ ਨੂੰ ਕੀ ਰੇਟ ਦਿੱਤਾ ਹੈ 40 ਰੁਪਏ ਪ੍ਰਤੀ ਵਰਗ ਮੀਟਰ। ਤਾਂ ਫਿਰ ਪਲਸਤਰ ਦਾ ਖਰਚ ਹਾਂਜੀ ਕਿੰਨਾ ਹੋਣਾ, ਫਿਰ 1 ਵਰਗ ਮੀਟਰ ਦਾ 40 ਹੈ, ਆਪਣੇ ਕੋਲ 110 ਹੈ, ਤਾਂ ਫਿਰ ਕੁੱਲ ਕਿੰਨਾ ਹੋ ਜੂ 11 ਚੌਕਾ 44, 2 0। ਤਾਂ ਇਹਦਾ ਮਤਲਬ ਖੂਹ ਤੇ ਜਦੋਂ ਆਪਾਂ ਪਲਸਤਰ ਕਰਵਾਵਾਂਗੇ ਇਸ ਰੇਟ ਨਾਲ ਉਹ ਕੀ ਹੋ ਗਿਆ 4400 ਰੁਪਏ ਖਰਚ ਹੋਣਗੇ ਉੱਥੇ। ਹੁਣ ਅਗਲੇ ਕੁਐਸਚਨ ਤੇ ਚੱਲਦੇ ਹਾਂ, ਇੱਕ ਤੇ ਜਿਹੜਾ ਥੋੜਾ ਜਿਹਾ ਅਲੱਗ ਹੈ ਕੁਐਸਚਨ, ਇਸ ਤੋਂ ਡਿਫਰੈਂਟ ਹੈ ਥੋੜਾ ਜਿਹਾ। ਕੁਐਸਚਨ ਹੈ ਇੱਕ ਰੋਲਰ ਦਾ ਵਿਆਸ 84 ਸੈਂਟੀਮੀਟਰ ਹੈ। ਇੱਕ ਰੋਲਰ ਦਾ ਵਿਆਸ 84 ਸੈਂਟੀਮੀਟਰ ਹੈ ਅਤੇ ਉਚਾਈ ਹੈ ਜਿਹੜੀ 120 ਸੈਂਟੀਮੀਟਰ ਹੈ। ਰੋਲਰ ਦਿੱਤਾ ਹੋਇਆ ਹੈ, ਜਿੱਥੇ ਆਪਾਂ ਖੇਡ ਦੇ ਮੈਦਾਨ ਸਮਤਲ ਨਹੀਂ ਕਰਦੇ ਯਾਦ ਆਵੇ, ਤਾਂ ਇੱਕ ਖੇਡ ਦੇ ਮੈਦਾਨ ਨੂੰ ਇੱਕ ਵਾਰ ਸਮਤਲ ਕਰਨ ਲਈ, ਖੇਡ ਦੇ ਮੈਦਾਨ ਨੂੰ ਇੱਕ ਵਾਰ ਸਮਤਲ ਕਰਨ ਲਈ
500 ਚੱਕਰ ਲਗਾਉਣੇ ਪੈਂਦੇ ਹਨ। ਦੇਖੋ ਨॉर्मल ਤੁਸੀਂ ਆਪਾਂ ਜੋ ਖੇਡ ਦੇ ਮੈਦਾਨ ਨੂੰ ਸਮਤਲ ਕਰਦੇ ਆ ਗਰਾਊਂਡਸ ਨੂੰ ਤਾਂ ਆਲਮੋਸਟ ਇਹ ਚੀਜ਼ਾਂ ਆਪਾਂ ਕਰਦੇ ਆ। ਤਾਂ ਕਹਿੰਦੇ ਖੇਡ ਦੇ ਮੈਦਾਨ ਦਾ ਖੇਤਰਫਲ वर्ग मीटर ਵਿੱਚ ਪਤਾ ਕਰੋ। क्वेश्चन आया ਪਹਿਲਾਂ ਆਪਾਂ क्वेश्चन ਸਮਝਦੇ ਹਾਂ ਕਨਸੈਪਟ ਕੀ ਹੋ ਗਿਆ ਹੈ। ਇੱਕ ਮੈਂ ਐਗਜ਼ਾਮਪਲ ਲੈ ਕੇ ਦੱਸਦਾ। ਮੈਂ ਵੈਸੇ ਇੱਕ ਸਾਈਕਲ ਦੇ ਟਾਇਰ ਦੀ ਐਗਜ਼ਾਮਪਲ ਲੈ ਰਿਹਾ, ਰੋਲਰ ਦੀ ਗੱਲ ਨਹੀਂ ਕਰ ਰਿਹਾ, ਮੈਂ ਸਮਝਾਉਣ ਦੇ ਲਈ ਸਾਈਕਲ ਦੇ ਟਾਇਰ ਦੀ ਲੈ ਰਿਹਾ। ਇੱਥੇ ਆਪਣੀ ਉਹ ਟੈਪ ਹੈ ਜਿਸ ਤੋਂ ਆਪਾਂ ਹਵਾ ਭਰਦੇ ਹਾਂ, ਹੈ ਨਾ। ਆਹ ਰੋਡ ਆ ਗਈ, ਰੋਡ ਆ ਗਈ। ਇਸ ਦਿਸ਼ਾ ਦੇ ਵਿੱਚ ਮੰਨ ਲਓ ਸਾਈਕਲ ਚੱਲ ਰਿਹਾ ਆਪਣਾ, ਤਾਂ ਥੋੜਾ ਜਿਹਾ ਅੱਗੇ ਗਿਆ ਟੈਪ ਇੱਥੇ ਜੇ ਆ ਗਈ ਜਦੋਂ ਸਾਈਕਲ ਦਾ ਟਾਇਰ ਚੱਲਦਾ ਹੈ ਨਾ। ਤਾਂ ਮੰਨ ਲਓ ਇੱਥੇ ਆ ਗਿਆ ਦੁਬਾਰਾ, ਜਦੋਂ ਇੱਕ ਗਿਆ ਇਹ ਹੁੰਦਾ ਇੱਕ ਚੱਕਰ। ਇਹਦਾ ਮਤਲਬ ਸਾਈਕਲ ਦੇ ਪਹੀਏ ਨੇ ਜਦੋਂ ਉਹ ਟੈਪ ਦੁਬਾਰਾ ਉਸੇ ਪੋਜੀਸ਼ਨ ਤੇ ਆ ਗਈ, ਇਹਦਾ ਮਤਲਬ ਉਹਨੇ ਇੱਕ ਚੱਕਰ ਪੂਰਾ ਕਰ ਲਿਆ। ਸਪੋਜ਼ ਫੇਰ ਇੱਥੇ ਆ ਗਈ, ਇੱਕ ਚੱਕਰ ਉਹਨੇ ਹੋਰ ਕਰ ਲਿਆ, ਫੇਰ ਚਲੀ ਗਈ ਦੋ। ਇਹ ਕਨਸੈਪਟ ਹੈਗਾ ਉਰੇ ਜਿਹੜਾ 500 ਚੱਕਰ ਲਿਖੇ ਨੇ। ਮੰਨ ਲਓ ਉਹਨੇ ਰੋਲਰ ਹੋ ਗਿਆ ਆਪਣਾ, ਜਿਹਦੇ ਨਾਲ ਆਪਾਂ ਪੱਧਰ ਕਰਦੇ ਹਾਂ ਜ਼ਮੀਨ ਨੂੰ। ਆਪਾਂ ਇੱਕ ਨਿਸ਼ਾਨ ਲਾ ਲਿਆ, ਜਦੋਂ ਦੁਬਾਰਾ ਘੁੰਮ ਕੇ ਉਹ ਨਿਸ਼ਾਨ ਆਇਆ ਉਸੇ ਜਗ੍ਹਾ ਤੇ, ਇੱਕ ਚੱਕਰ ਲੱਗ ਗਿਆ, ਦੋ ਚੱਕਰ ਲੱਗ ਗਏ, ਤਿੰਨ ਚੱਕਰ ਲੱਗ ਗਏ। ਠੀਕ ਹੋ ਗਈ ਜੀ ਪਹਿਲੀ ਗੱਲ। 500 ਚੱਕਰਾਂ ਦਾ ਕਨਸੈਪਟ ਕੀ ਹੋ ਗਿਆ ਵੀ ਚੱਕਰ ਲਗਾਏ ਨੇ, ਕਿਵੇਂ ਲਗਾਏ ਨੇ। ਹੁਣ ਅੱਗੇ ਦੇਖੋ, ਇੱਥੋਂ ਤੋਂ ਇੱਥੋਂ ਤੱਕ ਜਿਹੜਾ ਇੱਕ ਚੱਕਰ ਲੱਗਿਆ, ਅਸਲ ਦੇ ਵਿੱਚ ਕੀ ਹੋਇਆ, ਅਗਰ ਮੈਂ ਉਸ ਟਾਇਰ ਨੂੰ ਸਪੋਜ਼ ਇੱਥੋਂ ਕੱਟਦਾ, ਫੋਰ ਐਗਜ਼ਾਮਪਲ ਮੈਂ ਕੱਟਤਾ, ਤਾਂ ਕੱਟ ਕੇ ਸਿੱਧਾ ਦੁਬਾਰਾ ਟਾਇਰ ਇੱਥੇ ਪਹੁੰਚੂ, ਪੂਰਾ ਦਾ ਪੂਰਾ ਸਿੱਧਾ ਹੋ ਜੂ। ਸਹੀ ਹੈ ਨਾ। ਤਾਂ ਇਹਦਾ ਮਤਲਬ ਉਹਦੀ ਸਤ੍ਹਾ ਇੱਕ ਵਾਰ ਚ ਖੁੱਲ ਗਈ। ਅਗਰ ਸੋਚ ਕੇ ਦੇਖੋ, ਉਰੋਂ ਟਾਇਰ ਕੱਟਤਾ, ਇਹਨੂੰ ਖੋਲਤਾ ਆਪਾਂ, ਜਦੋਂ ਇਹਨੂੰ ਉਰੋਂ ਖੋਲਣਾ ਮੈਂ ਸ਼ੁਰੂ ਕਰੂੰਗਾ, ਸੋਚ ਕੇ ਦੇਖੋ ਧਿਆਨ ਨਾਲ, ਇਹ ਖੋਲ ਕੇ ਇੱਥੇ ਪਹੁੰਚ ਜੂ, ਇੱਥੋਂ ਤੱਕ ਹੀ ਆਊਗਾ। ਤਾਂ ਇਹਦਾ ਮਤਲਬ ਇੱਕ ਚੱਕਰ ਤੇ ਇੱਕ ਸਤ੍ਹਾ ਦਾ ਖੇਤਰਫਲ ਬਰਾਬਰ ਹੁੰਦਾ ਹੈ। ਹੁਣ ਮੰਨ ਲਓ ਆਪਾਂ ਇਹਨਾਂ ਨੇ ਕਿਹਾ ਉਰੇ 500 ਚੱਕਰ ਲਗਾਣੇ ਹੈ, 500 ਚੱਕਰ ਲਗਾਣੇ ਹੈ, ਤਾਂ ਅਸਲ ਦੇ ਵਿੱਚ ਕੀ ਹੋ ਗਿਆ, 500 ਸਤ੍ਹਾ ਦਾ ਖੇਤਰਫਲ ਹੋ ਗਿਆ। ਸਾਈਕਲ ਨੇ 500 ਚੱਕਰ ਲਗਾਏ, ਉੱਥੋਂ ਤੱਕ ਪਹੁੰਚ ਗਿਆ। ਇਹਦਾ ਮਤਲਬ ਕੀ ਹੋ ਗਈ, ਦੂਰੀ ਹੋ ਗਈ। ਤਾਂ ਸਿੱਧਾ ਦਾ ਕੁਐਸਚਨ ਕੀ ਬਣ ਗਿਆ ਆਪਣੇ ਕੋਲੇ, ਦੇਖੋ ਤਾਂ ਜਿਹੜੀ ਮੈਦਾਨ ਦੀ ਦੂਰੀ ਹੋ ਗਈ, ਮੈਦਾਨ ਦਾ ਖੇਤਰਫਲ ਹੋ ਗਿਆ, ਉਹ ਕਿੰਨਾ ਹੋ ਗਿਆ, 500 ਚੱਕਰਾਂ ਦਾ ਰੋਲਰ ਦੀ ਸਤ੍ਹਾ ਦੇ ਖੇਤਰਫਲ ਤੇ। ਪਹਿਲਾ ਕੁਐਸਚਨ, ਸਤ੍ਹਾ ਕਿਹੜੀ ਲੱਗੂਗੀ ਹੁਣ ਦੱਸੋ, ਜਿਹੜੀ ਸਾਈਡਾਂ ਤੇ ਹੋਣੀ ਹੈ, ਪਾਸਵੀਂ, ਕਿਉਂਕਿ ਉਹ ਤਾਂ ਉਹ ਬੰਦ ਹੀ ਹੈ। ਆ ਦੇਖੋ ਆਹ ਰੋਲਰ ਹੈ, ਮੈਂ ਇਹਨੂੰ ਘੁਮਾਉਣਾ ਸ਼ੁਰੂ ਕੀਤਾ। ਜਦੋਂ ਆਪਾਂ ਇੱਕ ਰੋਲਰ ਨੂੰ ਘੁਮਾਉਂਦੇ ਆ, ਘੁਮਾ ਰਹੇ ਆ ਰੋਲਰ ਨੂੰ, ਆਹ ਚੀਜ਼ ਤਾਂ ਲੱਗਦੀ ਨਹੀਂ, ਲੱਗੂ ਜ਼ਮੀਨ ਤੇ ਸਿਰਫ ਆਹ ਚੀਜ਼। ਇਹ ਕੀ ਹੈ, ਇਹਦੀ ਪਾਸਵੀਂ। ਤੇ ਕਿੰਨੇ ਚੱਕਰਾਂ ਜਿਹਨੇ ਪੂਰਾ ਕਰ ਲਿਆ, 500। ਤਾਂ ਮੈਦਾਨ ਦਾ ਖੇਤਰਫਲ ਕੀ ਹੋ ਗਿਆ, 500 ਗੁਣਾ ਪਾਸਵੀਂ ਸਤ੍ਹਾ ਦਾ ਖੇਤਰਫਲ। ਤਾਂ 500 ਗੁਣਾ 2 ਪਾਈ RH। ਅੱਗੇ ਵਿਆਸ ਦਿੱਤਾ ਹੋਇਆ ਹੈ, ਟੌਪਿਕ ਹੈ, ਸਮਝ ਆ ਗਿਆ। ਐਕਚੁਅਲੀ ਆਪਾਂ ਇੱਥੇ ਕੀ ਕੀਤਾ, ਆਪਾਂ ਇਹ ਚੀਜ਼ ਕੀਤੀ ਹੈ, ਤਾਂ ਹੀ ਮੈਂ ਇੱਕ ਪ੍ਰੈਕਟੀਕਲ ਐਗਜ਼ਾਮਪਲ ਲੈ ਕੇ ਚੱਲਿਆ। ਵਿਆਸ 84 ਸੈਂਟੀਮੀਟਰ, ਤਾਂ ਅਰਧ ਵਿਆਸ ਕਿੰਨਾ ਹੋ ਗਿਆ, ਵੰਡਿਆ 42 ਸੈਂਟੀਮੀਟਰ। ਪਰੰਤੂ ਆਪਾਂ ਆਂਸਰ ਮੀਟਰਾਂ 'ਚ ਕੱਢਣਾ ਹੈ, ਇਹ ਹੋ ਗਿਆ 42/100 ਮੀਟਰ। ਉਚਾਈ ਕਿੰਨੀ ਆ ਉਹਦੀ, 120 ਸੈਂਟੀਮੀਟਰ। ਇਹਨੂੰ ਮੀਟਰਾਂ 'ਚ ਕਰਤਾ, ਕਿੰਨਾ ਹੋ ਗਿਆ, 120। ਕੀਮਤ ਭਰੋ, ਤੁਹਾਡਾ ਕੁਐਸਚਨ ਆ ਗਿਆ। ਤਾਂ 500 ਗੁਣਾ 2, ਪਾਈ ਆ ਗਿਆ 22/7, ਆਰ ਆ ਗਿਆ 42/100, ਐਚ ਆ ਗਿਆ 120/100, ਕਿੰਨਾ ਹੋ ਗਿਆ, ਵਰਗ ਮੀਟਰ। 2 ਜ਼ੀਰੋਆਂ ਨਾਲ 2 ਜ਼ੀਰੋਆਂ, 7 ਏਕਮ 7, 7 ਛਿਕਾ 42, 1 ਜ਼ੀਰੋ ਨਾਲ 1 ਜ਼ੀਰੋ, 2 ਏਕਮ 2, 2 5 10, 5 ਏਕਮ 5, 5 ਏਕਮ। ਤਾਂ ਕੀ ਬਚਿਆ ਦੇਖੋ ਆਪਣੇ ਕੋਲੇ, ਇੱਕ ਖਤਮ ਹੋ ਕੇ ਗੁਣਾ ਕਰਾਂਗੇ ਕਿਉਂਕਿ 22 6 ਤੇ 12, 22 ਛਿਕਾ 132, 132 ਦੀ 12 ਨੂੰ, ਫਿਰ ਜੇ ਤੁਹਾਨੂੰ 12 ਦਾ ਪਹਾੜਾ ਆਉਂਦਾ ਦੇਖੋ, 12 ਦੂਣੀ 24, 4 2, 12 ਤੀਆ 36 ਤੇ 2 38 3, 12 ਏਕਮ 12, 12 3 15, ਇਹ ਕਿੰਨਾ ਆ ਗਿਆ, 1584 ਵਰਗ ਮੀਟਰ ਦੀ 2। ਤਾਂ ਇਹ ਸੀ ਆਪਣਾ ਅਗਲਾ ਟੌਪਿਕ, ਸਿਲੰਡਰ ਦੀ ਸਤ੍ਹਾ ਦਾ ਖੇਤਰਫਲ।